ਕਵਿਤਾ ਹੈ ਸਿੱਖਿਆ। ਬਿਜੜਾ ਆਲ੍ਹਣੇ ਵਿੱਚ ਸੀ ਮੌਜ ਕਰਦਾ, ਨਾਲ ਬੱਚਿਆਂ ਜੀ ਪ੍ਰਚਾਰਿਆ ਸੀ। ਬਿਜੜਾ ਆਲ੍ਹਣੇ ਵਿੱਚ ਸੀ ਮੌਜ ਕਰਦਾ, ਨਾਲ ਬੱਚਿਆਂ ਜੀ ਪ੍ਰਚਾਰਿਆ ਸੀ। ਹਵਾ ਚੱਲਦੀ ਆਲ੍ਹਣਾ ਹਿਲ ਰਿਹਾ ਸੀ, ਹੂਟੇ ਲੈ ਟੱਬਰ ਗਾਣੇ ਗਾ ਰਿਹਾ ਸੀ। ਹਵਾ ਤੇਜ਼ ਹੋ ਗਈ, ਬੱਦਲ ਗੱਜ ਪਿਆ, ਕੁਦਰਤ ਇੱਕਦਮ ਰੰਗ ਵਟਾਉਣ ਲੱਗੀ। ਝੜੀ ਲੱਗ ਗਈ, ਬੱਦਲਾਂ ਲਾਈ ਸ਼ੈਬਰ, ਮੋਹਲੇ ਤਾਰ ਬਾਰਿਸ਼ ਇੱਕਦਮ ਆਉਣ ਲੱਗੀ। ਮੂੰਹ ਬਿਜੜੇ ਆਲ੍ਹਣਿਓਂ ਬਾਹਰ ਕੀਤਾ, ਰੁੱਤ ਬਦਲੀ ਦੇ ਮਜ਼ੇ ਲੈਣ ਲੱਗਾ। ਵਾਹ ਕੁਦਰਤੇ ਚੰਗਾ ਹੀ ਰੰਗ ਬੱਧਾ, ਘਟਾ ਬੂਟਿਆਂ ਤੋਂ ਹੈ ਲੈਣ ਲੱਗਾ। ਹਰੇ ਪੱਤਿਆਂ ਤੋਂ ਜ਼ਰਾ ਨਜ਼ਰ ਚੁੱਕੀ, ਆਸ ਪਾਸ ਧਿਆਨ ਜਾ ਮਾਰਿਆ ਏ। ਟਾਹਣੀ ਰੁੱਖ ਦੀ ਤੇ ਬੈਠਾ ਇੱਕ ਬਾਂਦਰ, ਕੰਬ ਰਿਹਾ ਜੋ ਮੀਂਹ ਦਾ ਠਾਰਿਆ ਏ। ਭੋਲੇ ਬਿਜੜੇ ਦੇ ਮਨ ਦਇਆ ਆਈ, ਮਨ ਵਿੱਚ ਸੋਚਦਾ ਸਿੱਖਿਆ ਇਹਨੂੰ ਦੇਈਏ, ਇਹ ਵੀ ਆਪਣਾ ਘਰ ਬਣਾ ਬੈਠੇ, ਜੇਕਰ ਮੰਨ ਲਏ ਇਸ ਨੂੰ ਜੋ ਕਹੀਏ। ਕਹਿੰਦਾ ਮਾਮਾ ਜੀ ਜਰਾ ਧਿਆਨ ਦੇਣਾ, ਹੱਥ ਪੈਰ ਰੱਬ ਬੰਦਿਆਂ ਵਾਂਗ ਦਿੱਤੇ। ਕਾਹਨੂੰ ਬਾਰਿਸ਼ਾਂ ਵਿੱਚ ਪਏ ਕੰਬਦੇ ਜੇ, ਕੁੱਲੀ ਤੁਸੀਂ ਵੀ ਲਓ ਬਣਾ ਕਿਤੇ। ਸਿੱਖਿਆ ਬਿਜੜੇ ਦੀ ਸੁਣ ਅੱਗ ਲੱਗੀ, ਗਾਲਾਂ ਕੱਢ ਤਪੂਸੀਆਂ ਲਾਉਣ ਲੱਗਾ। ਦੇਵੇਂ ਸਿੱਖਿਆ ਆਪ ਤੋਂ ਵੱਡਿਆਂ ਨੂੰ, ਜਰਾ ਠਹਿਰ ਜਾ ਤੈਨੂੰ ਸਮਝਾਉਣ ਲੱਗਾ। ਇੰਨੀ ਆਖ ਕੇ ਬਾਂਦਰ ਛਲਾਂਗ ਲਾਈ, ਝਟਪਟ ਆਲ੍ਹਣੇ ਦੇ ਕੋਲ ਆ ਗਿਆ ਏ। ਝਪਟ ਮਾਰ ਕੇ ਆਲ੍ਹਣਾ ਤੋੜ ਦਿੱਤਾ, ਤਾਰ ਤਾਰ ਕਰ ਸਭ ਖੰਡਾ ਗਿਆ ਏ। ਬੱਚੇ ਬਿਜੜੇ ਦੇ ਮੀਂਹ ਦੇ ਵਿੱਚ ਡਿੱਗੇ, ਬਿਜੜਾ ਉੱਡ ਕੇ ਜਾਨ ਬਚਾਉਂਦਾ ਏ। ਵਰਦੇ ਮੀਂਹ ਵਿੱਚ ਟਾਹਣੀ ਤੇ ਜਾ ਬੈਠਾ, ਹੋ ਕੇ ਭਰ ਕੇ ਇੰਜ ਉਹ ਗਾਉਂਦਾ ਏ। ਮੇਰੀ ਸਿੱਖਿਆ ਸੁਣੋ ਸ਼ਰੀਫ ਲੋਕੋ, ਹਾਲ ਪਾ ਰਿਹਾ ਜਿਹੜੀ ਮੈਂ ਪਾਉਣ ਲੱਗਾ। ਦਿੱਤੀ ਸਿੱਖਿਆ ਦਾ ਮੈਨੂੰ ਜੋ ਫਲ ਮਿਲਿਆ, ਮੇਰੇ ਨਾਲ ਜੋ ਹੋਈ ਸੁਣਾਉਣ ਲੱਗਾ। ਦਿਓ ਸਿੱਖਿਆ ਉਹਨਾਂ ਜੋ ਸਿੱਖ ਲੈਵਣ, ਲੈ ਕੇ ਸਿੱਖਿਆ ਆਪਾ ਸਵਾਰ ਲੈਂਦੇ। ਕਦੇ ਸਿੱਖਿਆ ਦਿਓ ਨਾ ਬਾਂਦਰਾਂ ਨੂੰ, ਘਰ ਢਾਹ ਜੋ ਬੱਚਿਆਂ ਮਾਰ ਦਿੰਦੇ। ਇੱਕ ਕਵਿਤਾ ਹੈ ਮੇਲੇ ਦੀ। ਜੱਗ ਵਾਲਾ ਮੇਲਾ ਕਹਿੰਦੇ ਥੋੜੀ ਦੇਰ ਦਾ, ਖੁਸ਼ੀ ਖੁਸ਼ੀ ਰਾਤੀ ਸੁੱਤੇ ਪਤਾ ਨਹੀਂ ਸਵੇਰ ਦਾ। ਜੱਗ ਦੇ ਇਸ ਮੇਲੇ ਦੇ ਅੰਦਰ ਹੋਰ ਇੱਕ ਹੈ ਮੇਲਾ, ਉਹ ਮੇਲਾ ਵੇਖਣ ਦੇ ਵਾਲਾ ਕਦੇ ਨਾ ਹੋਏ ਅਕੇਲਾ। ਮੇਲੇ ਦੀ ਰੌਣਕ ਦਾ ਲੋਕੋ ਕੀ ਹੈ ਅਸਾਂ ਨੇ ਕਹਿਣਾ, ਜਿਹਨੇ ਮੌਜ ਮੇਲੇ ਦੀ ਮਾਣੀ ਨਿਤ ਨਿਤ ਆਉਂਦੇ ਰਹਿਣਾ। ਮੇਲੇ ਦੇ ਵਿੱਚ ਕਵੀ ਕਵੀਸ਼ਰ ਢਾਡੀ ਰੌਣਕਾਂ ਲਾਵਣ, ਕਾਰਨਾਮੇ ਵੱਡਿਆਂ ਜੋ ਕੀਤੇ ਸਭਨਾਂ ਤਾਈਂ ਸੁਣਾਵਣ। ਪਹਿਲਵਾਨ ਮੇਲੇ ਵਿੱਚ ਸਭ ਨੂੰ ਆਪਣਾ ਜ਼ੋਰ ਵਿਖਾਉਂਦੇ, ਲਾ ਕੇ ਪੂਰਾ ਜ਼ੋਰ ਦੇਖ ਲੋ ਦੂਜੇ ਤਾਈਂ ਹਰਾਉਂਦੇ। ਕਿਧਰੇ ਚੱਲੇ ਖੇਡ ਕਬੱਡੀ, ਲਾਵਣ ਪੂਰਾ ਜ਼ੋਰ, ਅੱਗੇ ਹੋ ਜੱਫੇ ਮਾਰਨ ਪਹਿਲਾਂ ਪਾਉਣ ਜੋ ਮੋਰ। ਹਾਕੀ ਵਾਲੇ ਟੀਮ ਬਣਾ ਕੇ ਆਪਣਾ ਜ਼ੋਰ ਜਤਾਉਂਦੇ, ਖਿੱਦੋ ਖੂੰਡੀ ਵਾਂਗ ਖੇਡ ਕੇ ਦੂਜਿਆਂ ਤਾਈਂ ਹਰਾਉਂਦੇ। ਕਿਧਰੇ ਵੇਚਣ ਪਏ ਮਠਿਆਈ, ਲੱਡੂ ਅਤੇ ਪਕੌੜੇ, ਖਾਣ ਲਈ ਬਰਫੀ ਅਤੇ ਜਲੇਬੀ, ਆਉਂਦੇ ਸਾਰੇ ਦੌੜੇ। ਕਿਧਰੇ ਬੂੰਦੀ ਪੇੜੇ ਵਿਕਦੇ, ਕਿਧਰੇ ਆਲੂ ਛੋਲੇ, ਖਾਣ ਦੇ ਲਈ ਕਰਾਰੀਆਂ ਚੀਜ਼ਾਂ, ਬਣ ਬਣਿਆਵਣ ਟੋਲੇ। ਮੇਲੇ ਦੇ ਵਿੱਚ ਰੰਗ ਬਰੰਗੀਆਂ ਰੌਣਕ ਪਈ ਵਧਾਵਣ, ਫੈਸ਼ਨ ਦੀਆਂ ਮਤਵਾਲੀਆਂ ਜੱਟੀਆਂ ਡਾਰਾਂ ਬਣ ਬਣਿਆਵਣ। ਵੇਖਦੇ ਸੂਟ ਸਾੜੀਆਂ ਜਿੱਥੇ ਉਧਰ ਨੂੰ ਨੇ ਜਾਂਦੀਆਂ, ਚੂੜੀਆਂ ਬਿੰਦੀਆਂ ਵਾਲੀਆਂ ਲੈ ਕੇ ਮਹਿੰਦੀ ਵੀ ਲਗਾਉਂਦੀਆਂ। ਝੂਲੇ ਪੀਂਘ ਭੰਗੂੜੇ ਚੱਲਣ, ਬੱਚੇ ਝੂਟੇ ਲੈਂਦੇ। ਪਾਪਾ ਜੀ ਮੈਂ ਫਿਰ ਹੈ ਚੜ੍ਹਦਾ, ਮਾਪਿਆਂ ਤਾਈਂ ਕਹਿੰਦੇ। ਜਿੱਧਰ ਪਈਆਂ ਵਿਕਣ ਬਾਜੀਆਂ ਉਧਰ ਸ਼ੋਰ ਸ਼ਰਾਬਾ, ਮੈਨੂੰ ਇਹ ਹੈ ਚੰਗੀ ਲੱਗਦੀ ਬਾਜੀ ਲੈ ਦੇ ਬਾਬਾ। ਹਰ ਇੱਕ ਨੂੰ ਖੁਸ਼ ਕਰਦਾ ਮੇਲਾ, ਬੱਚਾ ਕੀ ਜਵਾਨ, ਹਰ ਇੱਕ ਖੁਸ਼ੀ ਮੇਲੇ ਚੋਂ ਜਾਵੇ। ਆਇਆ ਮਨ ਪਰਚਾਣ,
ਬੀਬੀਆਂ ਸੂਟ ਚੂੜੀਆਂ ਲੈ ਕੇ ਖੁਸ਼ੀ ਖੁਸ਼ੀ ਘਰ ਜਾਣ, ਬੱਚੇ ਖੁਸ਼ੀ ਬਾਜ਼ੀਆਂ ਲੈ ਕੇ ਸਭ ਦੇ ਤਾਈਂ ਦਿਖਾਣ। ਆ ਇੱਕ ਸੱਚੀ ਕਹਾਣੀ ਹੈ ਜਾਨ ਮੁਹੰਮਦ ਖਾਨ ਦੀ। ਟਾਈਟਲ ਹੈ ਜਾਨ ਮੁਹੰਮਦ ਖਾਨ। ਸਿੰਗਾਪੁਰ ਦਾ ਟਾਪੂ ਹੈ ਇੱਕ, ਪੂਲਾ ਤੱਕੋਂ ਕਹਿੰਦੇ। ਕਿਸਾਨ ਮਛੇਰੇ ਇਸ ਟਾਪੂ ਤੇ ਬੜੀ ਦੇਰ ਦੇ ਰਹਿੰਦੇ। ਮੱਛੀਆਂ ਫੜ ਕੇ ਕਰਨ ਗੁਜ਼ਾਰਾ, ਸਬਜ਼ੀਆਂ ਫਲ ਉਗਾਉਂਦੇ। ਸਮੁੰਦਰੀ ਖਾਣਾ ਖਾਣ ਦੀ ਖਾਤਰ ਲੋਕ ਸੀ ਉੱਥੇ ਆਉਂਦੇ। ਥੰਮੀਆਂ ਗੱਡ ਸਮੁੰਦਰ ਦੇ ਵਿੱਚ ਕੇਲੋਂ ਉਹਨਾਂ ਬਣਾਏ। ਮੱਛੀਆਂ ਫੜਨ ਦੇ ਤੌਰ ਤਰੀਕੇ ਕਈ ਉਹਨਾਂ ਅਪਣਾਏ। ਮੱਛੀ ਢੀਂਗਾ ਕੇਕੜਿਆਂ ਦੇ ਬਣਦੇ ਸੀ ਪਕਵਾਨ। ਖਾਣੇ ਐਸੇ ਦੇ ਜੋ ਇੱਛਕ ਬਹੁਤ ਸੀ ਆਉਂਦੇ ਖਾਣ। ਜਦੋਂ ਦੇਸ਼ ਆਜ਼ਾਦ ਹੋ ਗਿਆ, ਸਰਕਾਰ ਨੇ ਅਕਲ ਦੌੜਾਈ। ਦੇਸ਼ ਦੀ ਰਾਖੀ ਕਰਨ ਦੀ ਖਾਤਰ ਚਾਹੀਏ ਫੌਜ ਬਣਾਈ। ਲੈ ਇਜ਼ਰਾਈਲ ਦੇ ਕੋਲੋਂ ਮਦਦ, ਫੌਜ ਖੜੀ ਸੀ ਕਰ ਲਈ। ਜਬਰਨ ਭਰਤੀ ਕਰ ਮੁੰਡਿਆਂ ਦੀ ਗਿਣਤੀ ਪੂਰੀ ਕਰ ਲਈ। ਫੌਜ ਨੂੰ ਸਿੱਖਿਆ ਦੇਣ ਦੀ ਖਾਤਰ ਚਾਹੀਦੀ ਸੀ ਧਰਤੀ। ਵਾਸੀਆਂ ਤਾਈਂ ਮੁੜ ਵਸਾ ਕੇ ਤੁਕੁੰਗ ਖਾਲੀ ਕਰਤੀ। ਫੌਜ ਦੇ ਤਾਈਂ ਸਿੱਖਿਆ ਦੇਣ ਲਈ ਛਾਉਣੀਆਂ 3 ਬਣਾਈਆਂ। ਸਿਖਲਾਈ ਲਈ ਬਹੁਤ ਸਹੂਲਤਾਂ ਉਹਨਾਂ ਵਿੱਚ ਲਗਾਈਆਂ। ਕੁਝ ਕਵਾਸੀ ਪਹਿਲਾਂ ਟਾਪੂ ਤੇ ਸੀ ਰਹਿ ਗਏ। ਰਾਂਬੂਤਾਨ, ਦਰਿਆਨ ਤੇ ਕੇਲੇ ਸਬਜ਼ੀਆਂ ਵੇਚਣ ਡਹਿ ਗਏ। ਮੁੰਡੇ ਫੌਜੀ ਵਿਹਲੇ ਹੋ ਕੇ ਫਲ ਫਰੂਟ ਮੁੱਲ ਲੈਂਦੇ। ਜਿਹੜੇ ਸੀ ਸ਼ੌਕੀਨ ਬੀਅਰ ਦੇ, ਰੈਸਟੋਰੈਂਟ 'ਚ ਬਹਿੰਦੇ। ਸਿੰਗਾਪੁਰ ਤੋਂ ਤਕੁੰਗ ਤਾਈਂ ਬੋਟ ਤੇ ਚੜ੍ਹਨਾ ਪੈਂਦਾ। ਫੌਜੀਆਂ ਕੋਲ ਪਾਸ ਸੀ ਹੁੰਦਾ, ਨਹੀਂ ਤਾਂ ਡਾਲਰ ਲੈਂਦਾ। ਜੈਟੀ ਕੋਲੋਂ ਦੂਜੀ ਛਾਉਣੀ 1.5 ਮੀਲ ਸੀ ਦੂਰ। ਬੱਸ ਨਾ ਮੋਟਰ, ਕਾਰ ਨਾ ਕੋਈ, ਤੁਰਨ ਲਈ ਸਭ ਮਜਬੂਰ। ਦੂਜੀ ਛਾਉਣੀ ਦੇ ਸਾਹਮਣੇ ਇੱਕ ਝੌਂਪੜੀ ਪਾ ਕੇ ਖਾਨ ਸੀ ਇੱਕ ਦੁਕਾਨ ਚਲਾਉਂਦਾ, ਵੇਚੇ ਚਾਹ ਬਣਾ ਕੇ। ਖਾਨ ਦਾ ਨਾਮ ਸੀ ਜਾਨ ਮੁਹੰਮਦ, ਮੁੱਢੋਂ ਇਹ ਕੰਮ ਕਰਦਾ। ਕਾਰੀ ਪਫ ਤੇ ਸੂਜੀ ਵੇਚੇ, ਪੇਟ ਸੀ ਸਭ ਦਾ ਭਰਦਾ। ਜਾਨ ਮੁਹੰਮਦ ਖਾਨ ਦੀ ਚਾਹ ਨੂੰ ਫੌਜੀ ਸਭ ਸਲਾਉਂਦੇ। ਸ਼ਾਮੀ ਜਦੋਂ ਟ੍ਰੇਨਿੰਗ ਮੁੱਕੇ ਸਾਰੇ ਭੱਜੇ ਆਉਂਦੇ। ਪੀਤਿਆਂ ਚਾਹ ਥਕਾਵਟ ਲੱਥੇ, ਸੁਸਤੀ ਹੋਵੇ ਦੂਰ। ਏਡੀ ਵਧੀਆ ਚਾਹ ਖਾਣ ਦੀ ਸਾਰੇ ਸੀ ਮਸ਼ਹੂਰ। 1 ਮਹੀਨੇ ਵਿੱਚ 2 ਵਾਰੀ ਮੈਂ ਕੈਂਪ ਸੀ ਜਾਂਦਾ। ਪਲਟਨ ਦੀ ਕਾਗਜ਼ੀ ਕਾਰਵਾਈ ਉੱਥੇ ਸੀ ਨਿਪਟਾਂਦਾ। ਕੰਮ ਤੋਂ ਵਿਹਲਾ ਹੋ ਕੇ ਮੈਂ ਜਾਂ ਚਾਹ ਪੀਣ ਸੀ ਜਾਂਦਾ। ਖੁਸ਼ ਹੋ ਜਾਨ ਮੁਹੰਮਦ ਮੈਨੂੰ ਵਧੀਆ ਚਾਹ ਪਿਲਾਂਦਾ। ਉਨੀ ਦਿਨੀ ਦੇਸ਼ ਦੇ ਅੰਦਰ ਨਸ਼ੇ ਜ਼ੋਰ ਸੀ ਪਾਇਆ। ਨਸ਼ਿਆਂ ਦਿਆਂ ਵਪਾਰੀਆਂ ਜੱਗ ਵਿੱਚ ਊਧਮ ਜਿਹਾ ਮਚਾਇਆ। ਚਿੰਤਾ ਇਸ ਦੀ ਗੌਰਮੈਂਟ ਨੂੰ ਉਦੋਂ ਬਹੁਤ ਸੀ ਹੋਈ। ਕਰੜੇ ਸਖਤ ਕਾਨੂੰਨ ਬਣਾਏ, ਬਚ ਨਾ ਸਕੇ ਕੋਈ। ਜਿਹੜਾ ਤਸਕਰ ਨਸ਼ੇ ਦਾ ਫੜਿਆ, ਜੇਲੀਂ ਕੀਤਾ ਬੰਦ। ਕੀਤੀ ਸਖਤੀ ਬਹੁਤ ਦੇਸ਼ ਵਿੱਚ, ਪੈਣ ਨਾ ਦਿੱਤਾ ਗੰਦ। ਨਸ਼ਾ ਛਡਾਊ ਕੇਂਦਰ ਖੋਲੇ, ਡੱਕੇ ਨਸ਼ਈ ਸੀ ਅੰਦਰ। ਜਦ ਤੱਕ ਨਸ਼ੇ ਤੋਂ ਕਰਨ ਨਾ ਤੋਬਾ, ਅੰਦਰ ਰਹਿਣ ਪਤੰਦਰ। ਇੱਕ ਦਿਨ ਤੱਕੋਂ ਗਿਆ ਡਿਊਟੀ ਤੇ, ਡਿੱਠਾ ਅਜਬ ਨਜ਼ਾਰਾ। ਖਾਨ ਮੁਹੰਮਦ ਕਿਤੇ ਨਾ ਦਿਸੇ, ਬੰਦ ਵਪਾਰ ਸੀ ਸਾਰਾ। ਪੁੱਛਣ ਤੇ ਪਤਾ ਇਹ ਲੱਗਾ NCBCI। ਕਰ ਤਲਾਸ਼ੀ ਖਾਨ ਦੀ ਉਹਨਾਂ ਬੰਦ ਦੁਕਾਨ ਕਰਾਈ। ਖਾਨ ਮੁਹੰਮਦ ਚਾਹ ਦੇ ਅੰਦਰ ਸੀ ਅਫੀਮ ਰਲਾਉਂਦਾ। ਆਪਣਾ ਕੰਮ ਵਧਾਉਣ ਦੀ ਖਾਤਰ ਨਸ਼ੇ ਦੀ ਚਾਹ ਪਿਆਉਂਦਾ। 100 ਦਿਨ ਚੋਰ ਦਾ ਹੋਵੇ ਭਾਵੇਂ, ਇੱਕ ਦਿਨ ਸਾਧ ਦਾ ਆਵੇ। 100 ਦਿਨ ਜਿਹੜੇ ਪਾਪ ਨੇ ਕੀਤੇ, ਇੱਕੋ ਵਾਰ ਕਢਾਵੇ। ਗਿਆ ਪਕੜਿਆ ਜਾਨ ਮੁਹੰਮਦ, ਜੇਲ੍ਹ 'ਚ ਕੀਤਾ ਬੰਦ। ਵਾਹ ਸਾਡੀਏ ਸੋਹਣੀਏ ਸਰਕਾਰੇ, ਪੈਣ ਨਾ ਦਿੱਤਾ ਗੰਦ। ਨਹੀਂ ਤਾਂ ਨੌਜਵਾਨ ਸਾਡੇ ਸੂਏ ਲਾਲਾ ਮਰਦੇ। ਮਰਦੇ ਪੁੱਤ ਜਵਾਨ ਜਿਨ੍ਹਾਂ ਦੇ ਮਾਪੇ ਕਿਵੇਂ ਜਰਦੇ। ਇਹ ਕਹਾਣੀ ਜੱਟ ਦੀ ਹੈ। ਜੱਟ ਜੰਮਣ ਚੱਲਿਆ। ਇੱਕ ਨਵੇਕਲੇ ਜੇ ਪਿੰਡ ਵਿੱਚ ਨਾਮਾ ਜੱਟ ਸੀ ਰਹਿੰਦਾ। ਮਸਤੀ ਵਿੱਚ ਪਿਆ ਕੰਮ ਸੀ ਕਰਦਾ, ਕਿਸੇ ਨੂੰ ਕੁਝ ਨਾ ਕਹਿੰਦਾ। ਘਰ ਦਾ ਕੰਮ ਸੰਭਾਲਿਆ ਉਹਨੇ, ਨੇਕ ਕਮਾਈ ਕਰਦਾ।
ਕਦੇ ਕਿਸੇ ਨਾਲ ਕਰੇ ਨਾ ਝਗੜਾ, ਕੌੜੀ ਗੱਲ ਵੀ ਜਰਦਾ। ਇੱਕ ਦਿਨ ਫਸਲ ਬੀਜਣ ਲਈ ਨਾਮਾ ਪੈਲੀ ਪਿਆ ਸੀ ਵਾਹੁੰਦਾ, ਹੱਥੀ ਹਲਦੀ ਹੱਥ 'ਚ ਲੈ ਕੇ ਗੀਤ ਖੁਸ਼ੀ ਦੇ ਗਾਉਂਦਾ। ਨਾਲ ਪੁਰਾਣੀ ਬਲਦਾਂ ਛੇੜੇ, ਛੇਤੀ ਕੰਮ ਮਕਾਈਏ, ਸਿਰ ਤੇ ਸੂਰਜ ਵਾਧੂ ਗਰਮੀ, ਝੱਬਦੇ ਹੀ ਘਰ ਜਾਈਏ। ਇਹਨੇ ਤਾਈਂ ਦੇਖਿਆ ਨਾਮੇ ਕੋਈ ਮੁਸਾਫਰ ਆਉਂਦਾ, ਰਵਾਂ ਰਵੀ ਉਹ ਤੁਰਿਆ ਆਵੇ, ਜਲਦੀ ਪੰਧ ਮਕਾਉਂਦਾ। ਲਾਗੇ ਜ਼ਰਾ ਕ ਆਇਆ ਦਿਸਿਆ ਨਾਮੇ ਨੂੰ ਇੱਕ ਬਾਹਮਣ, ਗਲ ਵਿੱਚ ਮਾਲਾ, ਮੱਥੇ ਟਿੱਕਾ, ਧੋਤੀ ਡਿਆ ਸੀ ਸਾਂਭਣ। ਲਾਗੇ ਜਦੋਂ ਨਾਮੇ ਦੇ ਆਇਆ, ਨਾਮੇ ਫਤਿਹ ਬੁਲਾਈ, ਕਹਿੰਦਾ ਨਾਮਾ ਪੰਡਤ ਜੀ ਅੱਜ ਕਿਧਰ ਨੂੰ ਕਰੀ ਚੜਾਈ। ਅੱਗੋਂ ਪੰਡਤ ਦੇ ਅਸੀਸਾਂ, ਕਹਿੰਦਾ ਲੱਗੇ ਸਿਆਣਾ, ਮੈਨੂੰ ਜਰਾ ਕ ਰਸਤਾ ਦੱਸ ਦੇਈਂ, ਮੈਂ ਲਾਹੌਰ ਹੈ ਜਾਣਾ। ਸੁਣ ਕੇ ਗੱਲ ਪੰਡਤ ਦੀ ਨਾਮਾ ਸੋਚਾਂ ਦੇ ਵਿੱਚ ਪੈ ਗਿਆ। ਸੋਚੇ ਮੈਂ ਲਾਹੌਰ ਨਹੀਂ ਡਿਠਾ, ਇਹ ਕੀ ਪੰਡਤ ਕਹਿ ਗਿਆ। ਸੋਚ ਕੇ ਆਖਰ ਨਾਮਾ ਕਹਿੰਦਾ ਸੁਣੋ ਵਿਦਵਾਨ, ਮੈਂ ਤਾਂ ਨਹੀਂ ਲਾਹੌਰ ਦੇਖਿਆ, ਰਾਹ ਤੋਂ ਮੈਂ ਅਣਜਾਣ। ਸੁਣ ਕੇ ਗੱਲ ਨਾਮੇ ਦੀ ਪੰਡਤ ਕਹਿੰਦਾ ਜਾ ਨਿਕੰਮਿਆ, ਜਿਹਨੇ ਨਹੀਂ ਲਾਹੌਰ ਵੇਖਿਆ ਉਹ ਨਹੀਂ ਜੱਗ 'ਚ ਜੰਮਿਆ। ਇੰਨੀ ਕਹਿ ਕੇ ਪੰਡਤ ਜੀ ਤਾਂ ਚੁੱਪ ਕਰ ਆਪਣੇ ਰਾਹ ਪਿਆ। ਨਾਮੇ ਦਾ ਪਰ ਨਾਲ ਫਿਕਰ ਦੇ ਸਮਝੋ ਸੁੱਖ ਸੀ ਸਾਹ ਗਿਆ। ਛੇਤੀ ਕੰਮ ਮੁਕਾ ਕੇ ਨਾਮਾ ਘਰ ਨੂੰ ਆਇਆ। ਘਰ ਵਾਲੀ ਨੂੰ ਕੋਲ ਬਿਠਾ ਕੇ ਸਾਰਾ ਹਾਲ ਸੁਣਾਇਆ। ਕਹਿੰਦਾ ਸੁਣ ਖਾਂ ਭਾਗਾਂ ਵਾਲੀਏ, ਮੈਂ ਨਹੀਂ ਹਾਲੇ ਜੰਮਿਆ, ਕੰਮ ਕਿਤੇ ਨਾ ਹੋ ਜਾਏ ਪੁੱਠਾ, ਮਰ ਜਾਵਾਂ ਮੈਂ ਜੰਮਿਆ। ਭਾਗ ਭਰੀ ਸੁਣ ਗੱਲ ਨਾਮੇ ਦੀ, ਕਹਿੰਦੀ ਕਮਲੀਆਂ ਮਾਰੇ, ਜੇਕਰ ਤੂੰ ਨਾ ਜੰਮਿਆ ਹੁੰਦਾ ਕੰਮ ਕਿੰਜ ਕੀਤੇ ਸਾਰੇ। ਮੈਨੂੰ ਦੱਸ ਖਾਂ ਬਿਨਾਂ ਜੰਮਣ ਤੋਂ ਕਿੰਜ ਵਿਆਹ ਕਰਵਾਇਆ, ਪੈਲੀ ਬੰਨਾ ਕਿੰਜ ਸਾਂਭਿਆ, ਕਿੰਜ ਤੂੰ ਘਰ ਬਣਵਾਇਆ। ਚੰਗਾ ਭਲਾ ਤੂੰ ਘਰੋਂ ਗਿਆ ਸੀ, ਬਾਹਰ ਕੀ ਤੈਨੂੰ ਹੋਇਆ, ਕਿੰਨੇ ਭਰਮ 'ਚ ਪਾਤਾ ਤੈਨੂੰ, ਦੱਸ ਖਾਂ ਮੈਨੂੰ ਮੋਇਆ। ਕਿਹੜਾ ਹੈ ਮਰਦੂਦ ਕਿ ਜਿਸਨੇ ਪੁੱਠੀ ਪੜ੍ਹਾਈ ਪੱਟੀ, ਇਹ ਕੀ ਸੋਲਾ ਲੈ ਕੇ ਆ ਗਿਆ ਸੀ ਖੱਟਣ ਖੱਟੀ। ਕਹਿੰਦਾ ਨਾਮਾ ਸੁਣ ਖਾਂ ਭਾਗੋ, ਤੈਨੂੰ ਮੈਂ ਸਮਝਾਵਾਂ, ਜਿਹੜੀ ਮੇਰੇ ਨਾਲ ਸੀ ਹੋਈ ਤੈਨੂੰ ਆਖ ਸੁਣਾਵਾਂ। ਪੰਡਤ ਸੀ ਲਾਹੌਰ ਨੂੰ ਜਾਂਦਾ, ਮੈਨੂੰ ਪੁੱਛੇ ਰਾਹ, ਮੈਂ ਕਿਹਾ ਨਹੀਂ ਲਾਹੌਰ ਵੇਖਿਆ, ਮੈਨੂੰ ਨਹੀਂ ਪਤਾ। ਇੰਨੀ ਸੁਣ ਕੇ ਪੰਡਤ ਜੀ ਨੇ ਮੈਨੂੰ ਇੰਜ ਸੁਣਾਇਆ, ਜਿਹਨੇ ਨਹੀਂ ਲਾਹੌਰ ਦੇਖਿਆ ਉਹ ਨਹੀਂ ਜਗ ਤੇ ਆਇਆ। ਸੁਣ ਕੇ ਉਹਦੀ ਗੱਲ ਸੋਚਿਆ, ਕਿਤੇ ਨਾ ਇੰਜ ਹੋ ਜਾਵੇ ਜੰਮਣ ਤੋਂ ਪਹਿਲਾਂ ਹੀ ਭਾਗੋ ਮੌਤ ਆ ਗਲਾ ਦਬਾਵੇ। ਕੀ ਦੱਸੂਗਾ ਧਰਮਰਾਜ ਨੂੰ, ਬਿਨਾਂ ਜੰਮਣ ਮੈਂ ਮਰਿਆ, ਐਵੇਂ ਹਾਸਾ ਸੁਰਗ 'ਚ ਮਚੂ, ਜੱਟਾ ਇਹ ਕੀ ਕਰਿਆ। ਇਸ ਲਈ ਮੈਂ ਹੁਣ ਇਹੋ ਸੋਚਿਆ, ਮੈਂ ਲਾਹੌਰ ਨੂੰ ਜਾਵਾਂ, ਮਰਨ ਤੋਂ ਪਹਿਲਾਂ ਕਮ ਸੇ ਕਮ ਮੈਂ ਜੰਮ ਕੇ ਪਿੰਡ ਨੂੰ ਆਵਾਂ। ਸੁਣ ਕੇ ਭਾਗ ਭਰੀ ਗੱਲ ਸਾਰੀ, ਲੱਗੀ ਕਰਨ ਤਿਆਰੀ। ਵਾਹਵਾ ਚੌਲ ਪੱਲੇ ਬੰਨ੍ਹ ਦਿੱਤੇ, ਵਾਟ ਨਾ ਮੁੱਕਣ ਸਾਰੀ। ਅਗਲੀ ਸੁਬਾਹ ਨੂੰ ਰੱਬ ਧਿਆ ਕੇ ਨਾਮੇ ਝੋਲਾ 'ਚ ਆਇਆ, ਪੁੱਛ ਪਛਾਉਂਦਾ ਲਾਹੌਰ ਦਾ ਰਸਤਾ ਨਾਮਾ ਸੜਕ ਤੇ ਆਇਆ। ਰਾਹ ਵਿੱਚ ਤੁਰਿਆਂ ਜਾਂਦਿਆਂ ਉਹਨੂੰ ਇੱਕ ਮੁਸਾਫਰ ਮਿਲਿਆ। ਦੱਸਿਆ ਜਦੋਂ ਮੈਂ ਜੰਮਣ ਚੱਲਿਆ, ਕਿਸ਼ਨਾ ਫੁੱਲ ਜਿਉਂ ਖਿਲਿਆ। ਚੱਲ ਆਪਾਂ ਹੁਣ ਸਾਥ ਕਰ ਲਈਏ, ਮੈਂ ਵੀ ਲਾਹੌਰ ਨੂੰ ਜਾਣਾ। ਤੀਜਾ ਬਾਹਮਣ ਨਾਲ ਰਲ ਗਿਆ, ਵਾਹਵਾ ਬਣ ਗਿਆ ਢਾਣਾ। ਜਦੋਂ ਸ਼ਾਮ ਪੈਣ ਸੀ ਲੱਗੀ, ਇੱਕ ਸਰਾਂ ਸੀ ਆਈ, ਕਹਿੰਦੇ ਰਾਤ ਨੂੰ ਇੱਥੇ ਰਹੀਏ, ਖਾਣਾ ਲਈਏ ਪਕਾਈ। ਨਾਮਾ ਕਹਿੰਦਾ ਚੌਲ ਲਓ ਮੇਥੋਂ, ਤੋੜੀ ਦੇ ਵਿੱਚ ਪਾਓ, ਕਿਸ਼ਨੇ ਖੱਤਰੀ ਖੰਡ ਕੱਢ ਲਈ, ਇਹਨੂੰ ਵਿੱਚ ਰਲਾਓ। ਬਾਹਮਣ ਕਹਿੰਦਾ ਜਰਾ ਠਹਿਰ ਜੋ, ਮੈਂ ਦੁੱਧ ਮੰਗ ਲਿਆਵਾਂ, ਰਲ ਮਿਲ ਸਾਰੇ ਖੀਰ ਬਣਾਈਏ, ਮੈਂ ਵੀ ਹਿੱਸਾ ਪਾਵਾਂ। ਥੋੜੀ ਦੇਰ 'ਚ ਦੁੱਧ ਮੰਗ ਕੇ ਬਾਹਮਣ ਮੁੜ ਕੇ ਆਇਆ, ਪਾ ਕੇ ਦੁੱਧ ਤੇ ਖੀਰ ਚਾੜ ਲਈ, ਬਣ ਗਈ, ਸ਼ੁਕਰ ਮਨਾਇਆ। ਵੰਡਣ ਦਾ ਜਾਂ ਵੇਲਾ ਆਇਆ, ਬਾਹਮਣ ਕਰੇ ਚਲਾਕੀ, ਸੋਚਿਆ ਜੇ ਜੱਟ ਖਾਣ ਬਹਿ ਗਿਆ, ਖੀਰ ਨਹੀਂ ਬਚਣੀ ਬਾਕੀ। ਕੀਤੀ ਖੱਤਰੀ ਬਾਹਮਣ ਦੋਵਾਂ ਰਲ ਕੇ ਇੱਕ ਸਲਾਹ, ਜੱਟ ਦੇ ਨਾਲੋਂ ਨਾਲ ਚਲਾਕੀ ਬਹੁਤੀ ਲਈਏ ਖਾ।
ਬਾਹਮਣ ਕਹਿੰਦਾ ਰਾਤ ਹੈ ਠੰਡੀ, ਖੀਰ ਨੂੰ ਲਈਏ ਟਿਕਾ, ਕੱਲ ਸੁਬਾ ਨੂੰ ਠੰਡੀ ਠੰਡੀ ਸਾਰੇ ਲਈਏ ਖਾ। ਸੁਪਨਾ ਵਧੀਆ ਜਿਸ ਨੂੰ ਆਊ, ਉਹਨੂੰ ਕੜਛੇ ਚਾਰ, ਜਿਹਨੂੰ ਉਸ ਤੋਂ ਘਟਿਆ ਆਊ, ਉਹਨੂੰ ਕਰ ਵਿਚਾਰ। ਕੜਛੇ 3 ਖੀਰ ਦਿਓ ਉਹਨੂੰ, ਦੂਜਾ ਜਿਹਦਾ ਥਾਂ, ਬਾਕੀ ਖੀਰ ਬਚੂਗੀ ਜਿਹੜੀ ਤੀਜਾ ਲਿਓ ਖਾ। ਤਿੰਨੇ ਸਾਥੀ ਮਤਾ ਪਕਾ ਕੇ ਚਾਦਰ ਤਾਣ ਕੇ ਸੌਂ ਗਏ। ਸੁਪਨਿਆਂ ਦੀ ਨਗਰੀ ਵਿੱਚ ਤਿੰਨੇ ਸੁਪਨਿਆਂ ਦੇ ਵਿੱਚ ਭੌਂ ਗਏ। ਅੱਧੀ ਰਾਤ ਜਾਂ ਬੀਤੀ ਭੁੱਖ ਨੇ ਜੱਟ ਨੂੰ ਬਹੁਤ ਸਤਾਇਆ। ਭੁੱਖੋਂ ਆਤਰ ਨਾਮਾ ਉੱਠ ਕੇ ਖੀਰ ਦੇ ਨੇੜੇ ਆਇਆ। ਚੁੱਕਿਆ ਉਸਨੇ ਖੀਰ ਦਾ ਭਾਂਡਾ, ਨਿਕਲ ਮਕਾਨੋਂ ਬਾਹਰ, ਫਟਾਫਟ ਸਭ ਖੀਰ ਖਾ ਗਿਆ, ਹੋਣ ਨਾ ਦਿੱਤਾ ਜ਼ਾਹਰ। ਸਾਰੀ ਖੀਰ ਮੁਕਾ ਕੇ ਨਾਮਾ ਕੂਕ ਮਜੇ ਨਾਲ ਸੁੱਤਾ। ਬਾਕੀ ਖੀਰ ਦੇ ਭਾਂਡੇ ਤਾਈਂ ਚੱਟ ਗਿਆ ਵਾਰਾ ਕੁੱਤਾ। ਦੂਜੇ ਦੋਵੇਂ ਭੁੱਖੇ ਸਾਥੀ ਅੰਮ੍ਰਿਤ ਵੇਲੇ ਉੱਠੇ। ਦਾਤਣ ਕਰ ਇਸ਼ਨਾਨ ਵੀ ਕੀਤਾ, ਜੱਟ ਨੂੰ ਲਾਉਣਾ ਗੁੱਠੇ। ਕਰ ਇਸ਼ਨਾਨ ਜਾਂ ਵਾਪਸ ਆਏ, ਨਾਮਾ ਲੰਮੀਆਂ ਤਾਣ, ਸੁੱਤੇ ਪਏ ਨਾਮੇ ਦੇ ਤਾਈਂ ਦੋਵੇਂ ਲੱਗੇ ਜਗਾਣ। ਉੱਠ ਨਾਮਿਆਂ ਖੀਰ ਹੈ ਖਾਣੀ, ਸੁਪਨਾ ਨੂੰ ਤੂੰ ਵੀ ਸੁਣਾ। ਨਾਮਾ ਕਹੇ ਸੌਣ ਦਿਓ ਮੈਨੂੰ, ਖੀਰ ਵੀ ਲੈਨੇ ਖਾ। ਅੱਕ ਕੇ ਦੋਹਾਂ ਸਲਾਹ ਚਾ ਕੀਤੀ, ਸੁਪਨੇ ਦੋਵੇਂ ਸੁਣਾਈਏ, ਆਪਾਂ ਦੋਵੇਂ ਖੀਰ ਵੰਡ ਕੇ ਹਿੱਸੇ ਆਉਂਦੀ ਖਾਈਏ। ਖੱਤਰੀ ਬਾਹਮਣ ਤਾਈ ਕਹਿੰਦਾ 4 ਵੇਦ ਤੁਸੀਂ ਜਾਣੋ, ਤੁਸੀਂ ਸੁਪਨੇ ਦੇ ਵਿੱਚ ਡਿੱਠਾ ਸਭ ਦੇ ਤਾਈ ਵਿਖਾਣੋ। ਬਾਹਮਣ ਕਹਿੰਦਾ ਸੁਪਨੇ ਵਿੱਚ ਮੈਂ ਗੰਗਾ ਟੁੱਬੀ ਮਾਰੀ, ਗੰਗਾ ਮਾਂ ਨੇ ਮੇਰੇ ਵੱਲ ਨੂੰ ਆਪਣੀ ਬਾਂਹ ਉਲਾਰੀ, ਖਿੱਚ ਕੇ ਮੈਨੂੰ ਦਰਬਾਰ 'ਚ ਲੈ ਗਈ। ਉੱਥੇ ਮੌਜ ਬਹਾਰਾਂ, ਕੀਰਤਨ ਨਾਚ ਤੇ ਗਾਣੇ ਉੱਥੇ ਗਾਉਂਦੇ ਸੀ ਨਰ ਨਾਰਾਂ। ਏਦਾਂ ਮੈਂ ਆਨੰਦ ਵਿੱਚ ਸੀ, ਅੱਖ ਅਚਾਨਕ ਖੁੱਲੀ, ਰਾਗ ਰੰਗ ਦਰਬਾਰ ਵਿਛੜ ਗਏ, ਰਹੀ ਏ ਢੱਠੀ ਕੁੱਲੀ। ਤੁਸੀਂ ਸੁਣਾਓ ਲਾਲਾ ਜੀ ਕਿ ਸੁਪਨੇ ਦੇ ਵਿੱਚ ਡਿੱਠਾ, ਕੈਸਾ ਰਿਹਾ ਤੁਹਾਡਾ ਸੁਪਨਾ, ਖੱਟਾ ਸੀ ਜਾਂ ਮਿੱਠਾ। ਲਾਲਾ ਕਹੇ ਮੈਂ ਜੰਗਲ ਵਿੱਚ ਦੀ ਆਪਣੇ ਘਰ ਨੂੰ ਜਾਂਦਾ, ਉੱਤੋਂ ਹਨੇਰਾ ਹੋਣ ਲੱਗ ਪਿਆ, ਦਿਲ ਮੇਰਾ ਘਬਰਾਉਂਦਾ। ਤਾਈਓ ਪਈ ਨਜ਼ਰ ਸੀ ਮੇਰੀ, ਦਿਸਿਆ ਇੱਕ ਮਕਾਨ, ਨੇੜੇ ਹੋਇਆ ਕਿਲਾ ਦਿਸਿਆ, ਬੜੀ ਸੀ ਉਹਦੀ ਸ਼ਾਨ। ਮੈਂ ਜਾਂ ਪਾਸ ਕਿਲੇ ਦੇ ਪਹੁੰਚਿਆ, ਬਾਹਰ ਸੀ ਲੱਗਾ ਤਾਲਾ, ਹੱਥ ਲੱਗਦਿਆਂ ਤਾਲਾ ਖੁੱਲਾ, ਬੜਾ ਮੈਂ ਕਰਮਾਂ ਵਾਲਾ। ਮਹਾਰਾਜ ਕੀ ਜੈ ਹੋ ਦੇ ਝੱਟ ਲੱਗਣ ਲੱਗ ਪਏ ਨਾਰੇ, ਮੈਨੂੰ ਤਖਤ ਬਿਠਾ ਕੇ ਮੱਥੇ ਟੇਕਣ ਲੱਗ ਪਏ ਸਾਰੇ। ਰਾਜਾ ਉਸ ਮੁਲਕ ਦਾ ਕਿਤੇ ਬਿਨਾਂ ਔਲਾਦ ਸੀ ਮਰਿਆ, ਰਾਜਾ ਨਵਾਂ ਚੁਣਨ ਦੀ ਖਾਤਰ ਉਹਨਾਂ ਇੰਜ ਸੀ ਕਰਿਆ, ਬਾਹਰੋਂ ਜਿੰਦਰਾ ਲਾ ਕੇ ਕੁੰਜੀ ਮੰਦਰ ਦੇ ਵਿੱਚ ਰੱਖੀ, ਜਿਹਦੇ ਹੱਥ ਨਾਲ ਜਿੰਦਰਾ ਖੁੱਲ ਜੇ ਉਹੀ ਬੈਠੇ ਗੱਡੀ। ਝੱਟ-ਪੱਟ ਸੀ ਪਹਿਰੇ ਲੱਗੇ, ਹੋ ਗਈ ਜੈ ਜੈਕਾਰ, ਨੌਕਰ ਚਾਕਰ ਵਜ਼ੀਰ ਤੇ ਫੌਜੀ ਸਜ ਗਏ ਵਿੱਚ ਦਰਬਾਰ। ਰੰਗ ਤਮਾਸ਼ੇ ਨਾਚ ਤੇ ਗਾਣੇ, ਕਈ ਖਾਣੇ ਪਕਵਾਨ, ਤਾਈਓ ਅੱਖ ਸੀ ਮੇਰੀ ਖੁੱਲੀ, ਡਿੱਠਾ ਹੀ ਮਕਾਨ। ਕਹਿੰਦੇ ਨਾਮਿਆਂ ਤੂੰ ਹੀ ਸੁਣਾ ਦੇ, ਤੈਨੂੰ ਸੁਪਨਾ ਆਇਆ ਕਿ ਐਵੇਂ ਹੀ ਲੰਮੀ ਤਾਣ ਕੇ ਵਕਤ ਖਰਾਬ ਕਰਾਇਆ। ਕਹਿੰਦਾ ਨਾਮਾ ਮੈਂ ਕੀ ਦੱਸਾਂ, ਇਹ ਅਣਹੋਣੀ ਹੋਈ, ਮੈਂ ਸੁੱਤਾ ਸੀ ਗਹਿਰੀ ਨੀਂਦੇ, ਫਿਕਰ ਨਾ ਫਾਕਾ ਕੋਈ। ਇਹਨੇ ਨੂੰ ਇੱਕ ਜੰਗਲੀ ਜਿਹਾ ਲਾਲ ਸੀ ਜਿਹਦੇ ਡੇਲੇ, ਏਦਾਂ ਲੱਗੇ ਚੀਰ ਦੂ ਮੈਨੂੰ ਜਿਉਂ ਚੀਰੀ ਦੇ ਕੇਲੇ। ਮੈਂ ਤਾਂ ਡਰਦਾ ਮਦਦ ਦੀ ਖਾਤਰ ਪੰਡਤ ਜੀ ਵੱਲ ਨੱਠਾ, ਉਹ ਅੱਗੇ ਗੰਗਾ ਸੀ ਟਿਵਿਆ, ਕਰਦਾ ਹਾਸਾ ਠੱਠਾ। ਗੰਗਾ ਮਾਂ ਦੀ ਸੇਵਾਦਾਰਨੀਆਂ ਉੱਥੋਂ ਮੈਨੂੰ ਭਜਾਇਆ, ਉੱਥੋਂ ਭੱਜ ਲਾਲੇ ਦੇ ਵੱਲ ਮੈਂ ਘਾਬਰਿਆ ਹੋਇਆ ਆਇਆ। ਲਾਲਾ ਅੱਗੇ ਤਖਤ ਤੇ ਬੈਠਾ ਪਿਆ ਨਜਿੱਠੇ ਝੇੜੇ, ਫੌਜੀ ਗਾਰਦ ਰਾਖੀ ਕਰਦੀ, ਢੁਕਣ ਨਾ ਦਿੱਤਾ ਨੇੜੇ। ਹੱਫ ਹਾਰ ਕੇ ਮੈਂ ਬਹਿ ਗਿਆ, ਜੰਗਲੀ ਭਾਂਡਾ ਚਾਇਆ, ਲੱਪਾਂ ਭਰ ਕੇ ਖੀਰ ਦੀਆਂ ਉਸ ਖੀਰ ਨੂੰ ਬੰਨੇ ਲਾਇਆ। ਖਾ ਕੇ ਖੀਰ ਡਕਾਰ ਮਾਰ ਕੇ ਆਪਣੇ ਰਾਹ ਉਹ ਪੈ ਗਿਆ, ਸ਼ੁਕਰ ਕਿ ਭੁੱਖ ਉਸ ਦੀ ਮਿਟ ਗਈ ਤੇ ਮੈਂ ਜਿੰਦਾ ਰਹਿ ਗਿਆ। ਦੋਵੇਂ ਜੱਟ ਦੀਆਂ ਗੱਲਾਂ ਸੁਣ ਕੇ ਕਰਨੇ ਲੱਗੇ ਠੱਠੇ, ਕਹਿੰਦੇ ਵਾਰਾ ਮੇਲ ਮਲਾਏ ਹੋਏ ਆਪਾਂ ਇਕੱਠੇ, ਆਓ ਆਪਾਂ ਖੀਰ ਵੰਡੀਏ, ਸੁਪਨੇ ਸੁਣੇ ਬਥੇਰੇ, ਪੰਡਤ ਜੀ ਲਾਲੇ ਦੇ ਨਾਲੋਂ ਖਾਊ ਖੀਰ ਵਧੇਰੇ, ਬਾਕੀ ਖੀਰ ਬਚੂਗੀ ਜਿਹੜੀ ਤੇਰੇ ਵੰਡੇ ਆਊ, ਸਭ ਤੋਂ ਰੱਦੀ ਸੁਪਨੇ ਵਾਲਾ ਬਚੀ ਖੀਰ ਹੁਣ ਖਾਊ। ਨਾਮਾ ਕਹਿੰਦਾ ਭਲਿਓ ਲੋਕੋ ਝੂਠ ਨਹੀਂ ਜੇ ਰਾਈ,
ਸਾਰਾ ਭਾਂਡਾ ਜੰਗਲੀ ਖਾ ਗਿਆ, ਬਚੀ ਖੀਰ ਨਹੀਂ ਖਾਈ। ਖਾਲੀ ਭਾਂਡਾ ਅੱਗੇ ਕਰ ਜਾਂ, ਦੋਵਾਂ ਨੂੰ ਦਿਖਲਾਇਆ। ਦੋਵਾਂ ਦੀਆਂ ਅੱਖਾਂ ਤਾਂ ਖੁੱਲੀਆਂ, ਮਸਲਾ ਸਮਝ 'ਚ ਆਇਆ। ਜੱਟ ਨੂੰ ਚਾਰਨ ਲੱਗੇ ਦੋਵੇਂ, ਆਪੇ ਹੀ ਗਏ ਚਾਰੇ। ਲਾਲਚ ਦੇ ਵਿੱਚ ਖੀਰ ਗਵਾਲੀ, ਹੁਣ ਕੀ ਕਰਨ ਵਿਚਾਰੇ। ਲਾਲੇ ਤਾਈਂ ਪੰਡਤ ਕਹਿੰਦਾ, ਅਜੇ ਨਹੀਂ ਜੰਮਿਆ ਜੱਟ ਲਾਲਾ, ਕਿਤੇ ਜੇ ਜੰਮਿਆ ਹੁੰਦਾ ਕਰਨੀ ਸੀ ਇਸ ਘੱਟ। ਇਹ ਕਵਿਤਾ ਹੈ ਸਾਈਂ ਗਾਲੜ ਸ਼ਾਹ। ਕਰਾਂ ਸਿਫਤ ਕੀ ਸ਼ਹਿਰ ਲਾਹੌਰ ਵਾਲੀ, ਜਿਹਦੇ ਲੱਖਾਂ ਹੀ ਬੂਹੇ ਤੇ ਬਾਰੀਆਂ ਨੇ। ਨੀਆਂ ਜੀ ਦੀਆਂ ਹਜ਼ਾਰਾਂ ਹੀ ਸਾਲ ਪਹਿਲਾਂ, ਰਾਮ ਸੁੱਤ ਲਵ ਹੋਰਾਂ ਉਸਾਰੀਆਂ ਨੇ। ਕਦੇ ਹਿੰਦੂਆਂ ਨੇ, ਕਦੇ ਬੋਧੀਆਂ ਨੇ, ਕਦੇ ਪਠਾਨ ਮੁਗਲਾਂ ਮਾਰਾਂ ਮਾਰੀਆਂ ਨੇ। ਸਿੰਘ ਯੋਧਿਆਂ ਜਿੱਥੋਂ ਅਫਗਾਨ ਕੱਢੇ, ਤੇ ਕੀਤੀਆਂ ਕੈਮ ਸਰਦਾਰੀਆਂ ਨੇ। ਜਿੱਥੇ ਧਰਮ ਦੀ ਆਨ ਤੇ ਸ਼ਾਨ ਬਦਲੇ, ਸਾਡੇ ਸ਼ਹੀਦਾਂ ਨੇ ਝੜੀ ਲਗਾ ਦਿੱਤੀ। ਤਤੀ ਤਵੀ ਤੇ ਬੈਠ ਕੇ ਗੁਰੂ ਅਰਜਨ, ਸ਼ਹੀਦੀ ਦੇਣ ਦੀ ਰੀਤ ਚਲਾ ਦਿੱਤੀ। ਤਾਰੂ ਸਿੰਘ ਨੇ ਧਰਮ ਦੀ ਆਨ ਬਦਲੇ, ਜਿੱਥੇ ਖੋਪਰੀ ਸਿਰੋਂ ਲੁਹਾ ਦਿੱਤੀ। ਜਿੱਥੇ ਸਿੰਘ ਸ਼ਾਹਬਾਜ਼ ਸੁਬੇਗ ਸਿੰਘ ਨੇ ਚਰਖੀ ਚੜ੍ਹ ਸ਼ਹੀਦੀ ਸੀ ਪਾ ਦਿੱਤੀ। ਮੀਆਂ ਮੀਰ ਫਕੀਰ ਜੇ ਸ਼ਹਿਰ ਅੰਦਰ, ਸਾਂਝੀ ਵਾਲਤਾ ਤਾਈਂ ਪ੍ਰਚਾਰਿਆ ਸੀ। ਜਹਾਂਗੀਰ ਨੇ ਜਿਸ ਥਾਂ ਸ਼ਾਨ ਦੇ ਲਈ, ਸ਼ਾਹੀ ਕਿਲਾ ਲਾਹੌਰ ਉਸਾਰਿਆ ਸੀ। ਜਿੱਥੇ ਚੰਦੂ ਦੇ ਨੱਕ ਨਕੇਲ ਪਾ ਕੇ, ਕੜਛਾ ਸਿਰ ਵਿੱਚ ਮਾਰ ਕੇ ਮਾਰਿਆ ਸੀ। ਜਿਸ ਸ਼ਹਿਰ ਦੇ ਵਿੱਚ ਰਣਜੀਤ ਸਿੰਘ ਨੇ ਸਿੱਖ ਰਾਜ ਦਾ ਮਹਿਲ ਉਸਾਰਿਆ ਸੀ, ਉਸੇ ਸ਼ਹਿਰ ਵਿੱਚ ਫੁੱਟ ਗਦਾਰੀਆਂ ਨੇ ਐਸਾ ਮੌਤ ਦਾ ਤਾਂਡਵ ਰਚਾ ਦਿੱਤਾ। ਖੜਕ ਸਿੰਘ ਤੇ ਨੌ ਨਿਹਾਲ ਤਾਈਂ ਚਾਲਾਂ ਚੱਲ ਕੇ ਕਤਲ ਕਰਾ ਦਿੱਤਾ। ਸ਼ੇਰ ਸਿੰਘ ਤੇ ਕੰਵਰ ਪ੍ਰਤਾਪ ਸਿੰਘ ਨੂੰ ਸੰਧਾ ਵਾਲੀਆਂ ਮਾਰ ਮੁਕਾ ਦਿੱਤਾ। ਸੰਧਾ ਵਾਲੀਏ ਵੀ ਅੰਤ ਗਏ ਮਾਰੇ, ਧਿਆਨ ਸਿੰਘ ਦਾ ਵੀ ਸਿਰ ਲਾਹ ਦਿੱਤਾ। ਖਾਨਾ ਜੰਗੀ ਗਦਾਰੀ ਨੇ ਅੰਤ ਆਖਰ, ਸਿੱਖ ਰਾਜ ਦਾ ਭੋਗ ਚਾ ਪਾਇਆ ਏ। ਲੱਖਾਂ ਸ਼ਹੀਦੀਆਂ ਐਵੇਂ ਫਜ਼ੂਲ ਗਈਆਂ, ਲਾਹੌਰ ਹੱਥ ਅੰਗਰੇਜ਼ ਦੇ ਆਇਆ ਏ। ਗੋਰੇ ਸ਼ਹਿਰ ਦਾ ਕਰਨ ਸ਼ਿੰਗਾਰ ਲੱਗੇ, ਪੈਸਾ ਬੇਸ਼ੁਮਾਰ ਹੱਥ ਆਇਆ ਏ। ਸਰਦਾਰਾਂ ਦੇ ਪੁੱਤ ਪੜ੍ਹਾਉਣ ਖਾਤਰ ਐਚੀਸਨ ਕਾਲਜ ਬਣਵਾਇਆ ਏ। 20ਵੀਂ ਸਦੀ ਦੇ ਸ਼ੁਰੂ ਵਿੱਚ ਪੜ੍ਹਨ ਖਾਤਰ ਮੁੰਡੇ ਪਿੰਡਾਂ ਤੋਂ ਕਾਲਜ 'ਚ ਆਏ ਹੋਏ ਸੀ। ਰਹਿੰਦੇ ਟੌਰ ਵਿੱਚ ਪੁੱਤ ਸਰਦਾਰਾਂ ਦੇ ਸਨ, ਗਲੀ ਕੋਟ ਤੇ ਪੈਂਟ ਸਜਾਏ ਹੋਏ ਸੀ। ਖਾਣ ਪੀਣ ਦੀ ਨਹੀਂ ਪਰਵਾਹ ਕੋਈ, ਮਾਪੇ ਰੱਬ ਨੇ ਬਹੁਤ ਰਜਾਏ ਹੋਏ ਸੀ। ਵਿੱਚ ਛੁੱਟੀਆਂ ਰਲ ਮਿਲ ਮੌਜ ਮਾਣਨ, ਫਿਰਨ ਤੁਰਨ ਦੇ ਸਾਧਨ ਬਣਾਏ ਹੋਏ ਸੀ। ਆਈ ਛੁੱਟੀ ਦਾ ਰਲ ਸਲਾਹ ਕੀਤੀ, ਪਿਕਨਿਕ ਰਾਵੀ ਦੇ ਕੰਢੇ ਤੇ ਜਾ ਕਰੀਏ। ਵਿੱਚ ਗਰਮੀਆਂ ਠੰਡਿਆਂ ਪਾਣੀਆਂ ਵਿੱਚ ਸਾਰੇ ਜਾ ਦਰਿਆ ਦੇ ਵਿੱਚ ਤਰੀਏ। ਖਾਣਾ ਵਧੀਆ ਲੈ ਦੁਕਾਨ ਵਿੱਚੋਂ, ਭੁੱਖੇ ਸ਼ੇਰਾਂ ਦੇ ਵਾਂਗਰਾਂ ਜਾ ਚਰੀਏ। ਕੰਢੇ ਰਾਵੀ ਦੇ ਰੌਣਕਾਂ ਲਾ ਦਈਏ, ਮੌਜ ਮਸਤੀਆਂ ਰਲ ਕੇ ਖੂਬ ਕਰੀਏ। ਖਾਣ ਪੀਣ ਦਾ ਸਭ ਸਮਾਨ ਲੈ ਕੇ ਡੇਰੇ ਰਾਵੀ ਦੇ ਕੰਢੇ ਤੇ ਜਾ ਲਾਏ। ਲੀੜੇ ਲਾ ਕੇ ਰੱਖ ਦਰਖਤ ਥੱਲੇ, ਤਰਨ ਵਾਸਤੇ ਰਾਵੀ ਦੇ ਵਾਲੇ ਆਏ। ਇੱਕ ਮੁੰਡਾ ਜੋ ਤਰਨਾ ਜਾਣਦਾ ਸੀ, ਜੁਮੇ ਉਸ ਦੇ ਸਾਰਾ ਸਮਾਨ ਲਾਏ। ਕੁੱਤਾ ਬਿਲਾ ਅਵਾਰਾ ਜੋ ਫਿਰਨ ਵਾਲਾ, ਐਵੇਂ ਖਾਣੇ ਦੇ ਵਿੱਚ ਨਾ ਮੂੰਹ ਪਾਏ। ਰੱਖਿਆ ਤੂਤ ਦੇ ਹੇਠਾਂ ਸਮਾਨ, ਜਿੱਥੇ ਗਲੜ ਆਲਣਾ ਉਥੇ ਬਣਾਇਆ ਸੀ। ਗੋਲਾਂ ਤੂਤ ਦੀਆਂ ਨਿੱਤ ਖਾਂਦਾ ਸੀ, ਗੋਲਾਂ ਖਾ ਸਰੀਰ ਬਣਾਇਆ ਸੀ। ਆਈ ਬਾਸ਼ਨਾ ਖਾਣੇ ਦੀ ਗਲੜ ਤਾਈਂ, ਝੱਟ ਦਰਖਤ ਤੋਂ ਉਤਰ ਕੇ ਆਇਆ ਸੀ। ਆਇਆ ਖਿੱਚਿਆ ਖਾਣੇ ਦੀ ਬਾਸ਼ਨਾ ਦਾ, ਗਲੜ ਭਾਂਡਿਆਂ ਵਿੱਚ ਮੂੰਹ ਪਾਇਆ ਸੀ। ਮੁੰਡਾ ਵੇਖ ਕੇ ਗਲੜ ਨੂੰ ਮੂੰਹ ਪਾਉਂਦਾ, ਸ਼ੂ ਸ਼ੂ ਕਰ ਉਹਨੂੰ ਭਜਾਉਂਦਾ ਏ। ਭੋਲਾ ਜਾਨਵਰ ਚੜ ਕੇ ਤੂਤ ਉੱਤੇ, ਥੋੜੀ ਦੇਰ ਬਾਅਦਾਂ ਥੱਲੇ ਆਉਂਦਾ ਏ। ਮੁੰਡੇ ਫੇਰ ਭਜਾਇਆ ਸ਼ੂ ਸ਼ੂ ਕਰਕੇ, ਉਹ ਫੇਰ ਚੜ ਤੂਤ ਤੇ ਜਾਉਂਦਾ ਏ। ਹੁਣ ਆਵੇਂਗਾ ਤਾਂ ਤੇਰੀ ਖੈਰ ਨਹੀਂ, ਮੁੰਡਾ ਦਿਲ ਵਿੱਚ ਮਤਾ ਪਕਾਉਂਦਾ ਏ। ਰੋੜਾ ਚੁੱਕ ਕੇ ਆਪਣੇ ਹੱਥ ਲੈ ਕੇ ਫੇਰ ਗਾਲੜ ਦੀ ਉਡੀਕ ਸੀ ਕਰਨ ਲੱਗਾ। ਆਈ ਗਾਲੜ ਦੀ ਮੌਤ ਸੀ ਲਿਖੀ ਜਿਵੇਂ, ਤੂਤੋਂ ਉਤਰ ਕੇ ਭਾਂਡੇ 'ਚ ਵੜਨ ਲੱਗਾ।
ਮੁੰਡੇ ਵੇਖਿਆ ਗਾਲੜ ਨੂੰ ਜਦੋਂ ਆਉਂਦਾ, ਸ਼ਿਸ਼ਟ ਲਾ ਕਰਕੇ ਰੋੜਾ ਮਾਰਿਆ ਏ। ਵੱਜਾ ਰੋੜ ਜਾਂ ਗਾਲੜ ਦੇ ਸਿਰ ਉੱਤੇ, ਗਿਆ ਪੁੰਡਿਆ ਕਰਮਾਂ ਦਾ ਮਾਰਿਆ ਏ। ਇੰਨੀ ਦੇਰ ਨੂੰ ਰਾਵੀ ਚੋਂ ਨਹਾ ਮੁੰਡੇ ਛਾਂ ਤੂਤ ਦੀ ਵੱਲ ਨੂੰ ਆਉਂਦੇ ਨੇ। ਲੱਗੀ ਭੁੱਖੇ ਖਾਣਾ ਹੁਣ ਖੋਲ ਲਈਏ, ਵੱਲ ਭਾਂਡਿਆਂ ਹੱਥ ਵਧਾਉਂਦੇ ਨੇ। ਨਜ਼ਰ ਪਈ ਜਾਂ ਗਾਲੜ ਦੀ ਲਾਸ਼ ਉੱਤੇ, ਸਾਰੇ ਪੁੱਛਦੇ ਇਹ ਕੀ ਹੋਇਆ ਏ। ਇਹਦਾ ਸਿਰ ਇਹ ਲਹੂ ਲੁਹਾਨ ਹੋਇਆ। ਕਹਿੰਦੇ ਦੱਸ ਖਾਂ ਇਹ ਕਿੰਜ ਮੋਇਆ ਏ। ਮੁੰਡਾ ਆਖਦਾ ਸੁਣੋ ਕਰਤੂਤ ਇਹਦੀ, ਕਰਨੀ ਆਪਣੀ ਦਾ ਫਲ ਪਾ ਗਿਆ ਏ। ਮੁੜ ਮੁੜ ਆਉਂਦਾ ਸੀ ਖਾਣੇ ਵਿੱਚ ਮੂੰਹ ਮਾਰਨ, ਇੱਕ ਮਾਰੀ ਮੈਂ ਸੁਰਗ ਸਧਾ ਗਿਆ ਏ। ਮੁੰਡੇ ਆਖਦੇ ਇਹ ਕੀ ਕਹਿਰ ਕੀਤਾ, ਰੋਟੀ ਸੁੱਟ ਕੇ ਪਰਾਂ ਭਜਾ ਦਿੰਦਾ। ਐਵੇਂ ਪਾਪ ਕਰ ਛੱਡਿਆ ਮਾਰ ਗਾਲੜ, ਹੁਣ ਵੇਖੀ ਖਾਂ ਰੱਬ ਸਜਾ ਦਿੰਦਾ। ਇੱਕ ਮੁੰਡਾ ਸੀ ਉਹਨਾਂ ਵਿੱਚ ਬਹੁਤ ਸਾਊ, ਕਹਿੰਦਾ ਛੱਡੋ ਜੋ ਹੋਣਾ ਸੀ ਹੋ ਗਿਆ ਏ। ਉਹਦੀ ਇਸੇ ਹੀ ਤਰ੍ਹਾਂ ਸੀ ਮੌਤ ਲਿਖੀ, ਕੋਈ ਵੱਡਾ ਗੁਨਾਹ ਨਹੀਂ ਹੋ ਗਿਆ ਏ। ਇਦਾਂ ਕਰੋ ਹੁਣ ਇਸ ਨੂੰ ਦਫਨ ਕਰੀਏ, ਕਿਰਿਆ ਕਰਮ ਇਹਦਾ ਕਰਨਾ ਚਾਹੀਦਾ ਏ। ਕਰਕੇ ਦਫਨ ਇਹਨੂੰ ਯਾਰੋ ਕਬਰ ਅੰਦਰ ਉਹਦੇ ਉੱਤੇ ਨਿਸ਼ਾਨ ਇੱਕ ਲਾਈਦਾ ਏ। ਗੱਲ ਮੰਨ ਕੇ ਉਹਨਾਂ ਇੱਕ ਕਬਰ ਪੁੱਟੀ, ਤੁੰਨ ਸੋਡੇ ਦੀ ਬੋਤਲ ਵਿੱਚ ਪਾ ਦਿੱਤਾ। ਉਹਦੇ ਨਾਂ ਦੀ ਉੱਥੇ ਅਰਦਾਸ ਕਰਕੇ ਉਹਨੂੰ ਕਬਰ ਦੇ ਵਿੱਚ ਦਫਨਾ ਦਿੱਤਾ। ਇੱਕ ਲੱਕੜੀ ਵੀ ਉੱਥੇ ਗੱਡ ਦਿੱਤੀ, ਯਾਦਗਾਰ ਇੱਕ ਉੱਥੇ ਬਣਾ ਦਿੱਤੀ। ਸਾਈਂ ਗਾਲੜ ਸ਼ਾਹ ਦੀ ਕਬਰ ਇੱਥੇ, ਇਬਾਰਤ ਲੱਕੜੀ ਉੱਤੇ ਲਿਖਾ ਦਿੱਤੀ। ਮੁੰਡੇ ਚਲੇ ਗਏ, ਗੱਲ ਭੁਲਾ ਦਿੱਤੀ। ਇੱਕ ਦਿਨ ਉੱਥੇ ਫਕੀਰ ਇੱਕ ਆਉਂਦਾ ਏ, ਕਿਉਂ ਸਾਈਂ ਦੀ ਕਬਰ ਬੇਬਾਦ ਏਦਾਂ, ਦਿਲ ਵਿੱਚ ਖਿਆਲ ਦੌੜਾਉਂਦਾ ਏ। ਆਸੇ ਪਾਸੇ ਤੋਂ ਮਿੱਟੀ ਨੂੰ ਕਰ ਇਕੱਠੀ, ਸੋਹਣੀ ਕਬਰ ਦੀ ਸ਼ਕਲ ਬਣਾਉਂਦਾ ਏ। ਬਣ ਸਾਈ ਦਾ ਆਪ ਮਜੌਰ ਉੱਥੇ, ਝੁੱਗੀ ਛੱਤ ਉੱਥੇ ਡੇਰਾ ਲਾਉਂਦਾ ਏ। ਲੋਕਾਂ ਵੇਖਿਆ ਉੱਥੇ ਫਕੀਰ ਬੈਠਾ, ਕੋਈ ਦੁੱਧ ਕੋਈ ਰੋਟੀ ਪਹੁੰਚਾਉਣ ਲੱਗਾ, ਕੋਈ ਫਲ ਫਰੂਟ ਤੇ ਕੋਈ ਪੈਸੇ, ਸ਼ਰਧਾ ਨਾਲ ਕੋਈ ਚਾਦਰ ਚੜਾਉਣ ਲੱਗਾ। ਕਈਆਂ ਅਰਜ਼ ਕੀਤੀ ਸਾਈਂ ਪੁੱਤ ਦੇਵੇ, ਜਿਹਦੇ ਹੋਵੇ ਉਹ ਇੱਟਾਂ ਚੜਾਉਣ ਲੱਗਾ। ਹੌਲੀ ਹੌਲੀ ਮਜ਼ਾਰ ਬਣ ਗਿਆ ਤਗੜਾ, ਜਥਾ ਆਣ ਕਵਾਲੀਆਂ ਗਾਉਣ ਲੱਗਾ। ਜਿਹੜੀ ਸੜਕ ਜਲੰਧਰ ਨੂੰ ਲੰਘਦੀ ਸੀ, ਗੋਂਦਵਾਲ ਥਾਣੀ ਹੋ ਕੇ ਜਾਵਦੀ ਸੀ। ਵਲ ਪੈਂਦਾ ਸੀ ਕਾਫੀ ਮੁਸਾਫਰਾਂ ਨੂੰ, ਗੌਰਮਿੰਟ ਵੀ ਸੋਚਾਂ ਦੌੜਾਉਂਦੀ ਸੀ। ਸਿੱਧੀ ਕਰੋ ਹੁਣ ਸੜਕ ਤੇ ਵਿੰਗ ਕੱਢੋ, ਸਰਕਾਰ ਇਹ ਹੁਕਮ ਸੁਣਾਉਂਦੀ ਏ। ਜਿੱਧਰ ਥਾਣੀ ਸੀ ਕੱਢਣੀ ਸੜਕ ਨਵੀਂ, ਉਹਦੇ ਸਾਹਮਣੇ ਕਬਰ ਉਹ ਆਉਂਦੀ ਏ। ਜਦੋਂ ਰਸਤੇ ਦੇ ਵਿੱਚ ਮਜ਼ਾਰ ਡਿੱਠਾ, ਅਫਸਰ ਕਾਗਜ਼ ਫਰੋਲ ਹੈਰਾਨ ਹੋਏ। ਵਿੱਚ ਕਾਗਜ਼ਾਂ ਕੋਈ ਮਜ਼ਾਰ ਨਹੀਂ ਸੀ, ਕਿਧਰੋਂ ਆ ਗਿਆ ਇਹ ਪਰੇਸ਼ਾਨ ਹੋਏ। ਆਇਆ ਹੁਕਮ ਸਰਕਾਰ ਦਾ, ਕਰੋ ਖਾਲੀ, ਇਹ ਸਾਰੀ ਜ਼ਮੀਨ ਸਰਕਾਰ ਦੀ ਏ। ਵਿੱਚ ਕਾਗਜ਼ਾਂ ਦੇ ਕੋਈ ਕਬਰ ਹੈ ਨਹੀਂ, ਨਾ ਜ਼ਮੀਨ ਇਹ ਕਿਸੇ ਮਜ਼ਾਰ ਦੀ ਏ। ਲਾਗੇ ਬੰਨੇ ਦੇ ਪਿੰਡਾਂ 'ਚ ਲੋਕ ਸਾਰੇ ਇਕੱਠੇ ਹੋ ਕੇ ਊਧਮ ਮਚਾਉਣ ਲੱਗੇ, ਅਸੀਂ ਸਾਈ ਦੀ ਕਬਰ ਨਹੀਂ ਢਹਿਣ ਦੇਣੀ, ਮਰ ਜਾਵਾਂਗੇ ਨਾਰੇ ਲਾਉਣ ਲੱਗੇ। ਪੁਲਿਸ ਆਈ ਤੇ ਹੋ ਗਈ ਬਹੁਤ ਗੜਬੜ। ਅੰਤ ਪੁਲਿਸ ਨੇ ਗੋਲੀ ਚਲਾ ਦਿੱਤੀ, ਮਾਰੇ ਗਏ 14, ਫੱਟੜ ਕਈ ਹੋ ਗਏ। ਗਾਲੜ ਸ਼ਾਹ ਨੇ ਗੱਲ ਵਧਾ ਦਿੱਤੀ। ਮੁੰਡਾ ਇੱਕ ਪੜ੍ਹ ਜ਼ਿਲ੍ਹੇ ਗੁਜਰਾਤ ਦੇ ਅੰਦਰ ਡੀਸੀ ਦੀ ਡਿਊਟੀ ਨਿਭਾ ਰਿਹਾ ਸੀ। ਉਹਨੇ ਖਬਰ ਅਖਬਾਰ ਦੇ ਵਿੱਚ ਪੜ੍ਹੀ। ਜਦ ਸੁਬਾਹ ਉਹ ਨਾਸ਼ਤਾ ਖਾ ਰਿਹਾ ਸੀ, ਗੱਡੀ ਲੈ ਕੇ ਝੱਟ ਲਾਹੌਰ ਪੁੱਜਾ। ਅਫਸਰ ਕਰ ਇਕੱਠੇ ਦੱਸੀ ਗੱਲ ਸਾਰੀ। ਉੱਥੇ ਸਾਈਂ ਨਹੀਂ ਦੱਬਿਆ ਹੈ ਕੋਈ, ਕਬਰ ਪੁੱਟਣ ਦੀ ਝੱਬ ਦੇ ਕਰੋ ਤਿਆਰੀ। ਸੱਦ ਚੌਧਰੀ ਪਿੰਡਾਂ ਦੇ ਕਬਰ ਉੱਤੇ, ਗੱਲ ਦੱਸ ਸਾਰੀ ਸਮਝਾਉਂਦਾ ਏ। ਜੇਕਰ ਨਿਕਲੇ ਸਾਈਂ ਦਾ ਕੁਰੰਗ ਇਥੋਂ, ਮਜ਼ਾਰ ਮੈਂ ਬਣਾਉਂ ਫਰਮਾਉਂਦਾ ਏ। ਸਾਰੇ ਡੀਸੀ ਦੀ ਗੱਲ ਨੂੰ ਮੰਨ ਕਰਕੇ ਕਬਰ ਪੁੱਟਣ ਦੇ ਲਈ ਤਿਆਰ ਹੋਏ। ਵਿੱਚੋਂ ਨਿਕਲੀ ਬੋਤਲ ਤੇ ਸੁੱਕਾ ਗਾਲੜ, ਝੱਟ ਪੱਟ ਫਕੀਰ ਫਰਾਰ ਹੋਏ। ਕਹਿੰਦਾ ਲਾਹਨਤ ਤੇ ਅਕਲ ਦੇ ਥੋਥੇ ਹੋਏ, ਕੀਤੀ ਤੁਸਾਂ ਇਹ ਬੜੀ ਦਨਾਈ ਲੋਕੋ। ਖਾਤਰ ਗਾਲੜ ਦੀ ਬਣਿਓ ਮਹਾਮੂਰਖ, ਖਲਕਤ ਰੱਬ ਦੀ ਐਵੇਂ ਮਰਵਾਈ ਲੋਕੋ। ਮੱਥੇ ਟੇਕਦੇ ਥਾਂ ਥਾਂ ਜਾ ਐਵੇਂ, ਕਦੀ ਜਗ੍ਹਾ ਦੀ ਨਹੀਂ ਪੜਤਾਲ ਕੀਤੀ। ਸੋਹਣੇ ਰੱਬ ਨੇ ਦਿੱਤੀ ਏ ਅਕਲ ਤੁਹਾਨੂੰ, ਇੰਜ ਲੱਗਦਾ ਏ ਅਕਲ ਹੜਤਾਲ ਕੀਤੀ।
ਮਗਰ ਲੱਗ ਕੇ ਵੇਲੜਾਂ ਲੁੱਟੂਆਂ ਦੇ ਗਾਂ ਹੋ ਚੜਾਵੇ ਚੜਾਉਂਦੇ ਜੇ। ਜਦੋਂ ਲੱਗਦਾ ਪਤਾ ਕਿ ਗਏ ਠੱਗੇ, ਹੱਥ ਮਲ ਕੇ ਫੇਰ ਪਛਤਾਉਂਦੇ ਜੇ।